ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅਸੀਂ ਇਸ ਵੇਲੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਵਿੱਚ MLA ਜਿਨੀ ਸਿਮਸ ਜੀ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਵੀ ਲਗਾਤਾਰ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਹੁੰਦੀ ਰਹੀ ਹੈ ਤੇ ਅੱਜ ਇੱਕ ਵਾਰ ਫਿਰ ਉਹਨਾਂ ਦੇ ਨਾਲ ਕੁਝ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਜਿਨੀ ਸਿਮਸ ਜੀ, ਤੁਹਾਡਾ ਸਵਾਗਤ ਹੈ ਪ੍ਰਾਈਮ ਏਸ਼ੀਆ ਟੀਵੀ ਤੇ। ਗੁੱਡ ਟੂ ਬੀ ਹੇਅਰ। ਸ਼ੁਕਰੀਆ ਜੀ। ਜਿਨੀ ਸਿਮਸ ਜੀ, ਸਭ ਤੋਂ ਪਹਿਲਾਂ ਕਿਉਂਕਿ ਆਪਣਾ ਖਾਸ ਤੌਰ ਦੇ ਉੱਤੇ ਪੰਜਾਬੀ ਭਾਈਚਾਰੇ ਦਾ ਨਾ ਇੱਥੇ ਆਉਣ ਤੇ ਇੱਥੇ ਆ ਕੇ ਪੱਕੇ ਹੋਣ ਦਾ ਮਸਲਾ ਸਭ ਤੋਂ ਵੱਡਾ ਹੁੰਦਾ ਤੇ ਜੇ ਇਸ ਇਲਾਕੇ ਦੇ ਵਿੱਚੋਂ ਤੁਸੀਂ ਇਲੈਕਸ਼ਨ ਜਿੱਤਦੇ ਹੋ ਤੇ ਤੁਹਾਡੀ ਹੁਣ ਸੁੱਖ ਨਾਲ ਸਰਕਾਰ ਹੈ ਤੇ ਉਸ ਹਿਸਾਬ ਦੇ ਨਾਲ ਤਾਂ ਫਿਰ ਸਾਰੀਆਂ ਗੱਲਾਂ ਪੁੱਛਣੀਆਂ ਬਣਦੀਆਂ। ਕੁਝ BC PNP ਦੇ ਵਿੱਚ ਤਬਦੀਲੀਆਂ ਦੀ ਗੱਲ ਪਿਛਲੇ ਦਿਨੀ ਚੱਲੀ ਸੀ। ਅਸੀਂ ਵੱਖ-ਵੱਖ ਮਾਧਿਅਮ ਤੋਂ ਸੁਣਦੇ ਹਾਂ। ਆਮ ਲੋਕਾਂ ਨੂੰ ਜੇ ਇੱਕ MLA ਦੇ ਮੂੰਹ ਤੋਂ ਅਸੀਂ ਸੁਣ ਲਈਏ ਕਿ ਕੀ ਤਬਦੀਲੀਆਂ, ਤਾਂ ਸਾਰੀ ਸਥਿਤੀ ਪਤਾ ਲੱਗ ਜੂ। ਉਹ ਤਬਦੀਲੀਆਂ ਕਿਹੜੀਆਂ ਨੇ ਜੀ? ਥੈਂਕ ਯੂ। ਸਭ ਤੋਂ ਵੱਡੀ ਗੱਲ ਇਹ ਹੈਗੀ ਆ ਜਿਹੜੀ ਇਮੀਗ੍ਰੇਸ਼ਨ ਆ ਉਹ ਫੈਡਰਲ ਸਰਕਾਰ ਦੇ ਥੱਲੇ ਆਉਂਦੀ ਆ, ਪਰ ਇੱਕ ਪ੍ਰੋਗਰਾਮ ਹੈਗਾ ਆ ਜਿਹੜਾ PNP ਆ ਤੇ ਉਹਦੇ ਨਾਲ ਇੱਕ ਇਨਵੈਸਟਰਸ ਪ੍ਰੋਗਰਾਮ ਵੀ ਹੈਗਾ ਆ ਜਿਹੜਾ ਹੱਥ ਦੇ ਵਿੱਚ ਹੈਗਾ ਆ ਸੂਬੇ ਸਰਕਾਰ ਦੇ ਵਿੱਚ। PNP ਸੂਬੇ ਸਰਕਾਰ ਦੇ ਹੱਥ ਵਿੱਚ ਹੈਗਾ ਆ, ਪਰ ਹਰੇਕ ਸਾਲ ਫੈਡਰਲ ਸਰਕਾਰ ਸਾਨੂੰ ਨੰਬਰ ਦਿੰਦੀ ਆ ਵੀ ਕਿੰਨੇ ਜਾਣੇ PNP ਦੇ ਥਰੂ ਤੁਸੀਂ ਪੱਕੇ ਕਰ ਸਕਦੇ ਆ, PR ਕਰ ਸਕਦੇ ਆ। ਪਰ ਇਹ ਉਹਨਾਂ ਲਈ ਹੁੰਦਾ ਆ ਜਿਨ੍ਹਾਂ ਕੋਲ ਇੱਥੇ ਕੰਮ ਹੈਗਾ ਆ, ਉਹਨਾਂ ਨੂੰ ਕੰਮ ਮਿਲ ਗਿਆ ਆ, ਉਹਨਾਂ ਕੋਲ ਸਟੈਡੀ ਐਮਪਲੋਇਮੈਂਟ ਹੈਗੀ ਆ, ਫਿਰ ਐਮਪਲੋਇਰ ਅਪਲਾਈ ਕਰਦਾ ਆ PNP ਲਈ ਜੀ। ਜਦੋਂ ਫਿਰ ਐਮਪਲੋਈ ਵੀ ਫਿਰ ਅਪਲਾਈ ਕਰਦਾ, ਇਕੱਠੇ ਹੀ ਕਰਦੇ ਆ ਨਾ। ਉਹ ਜਦੋਂ ਅਪਲਾਈ ਕਰਦੇ ਆ ਸਾਨੂੰ ਪਤਾ ਲੱਗਾ ਆ ਵੀ ਕਈਆਂ ਨੂੰ ਤਾਂ ਸਾਲ ਹੀ ਲੱਗ ਜਾਂਦੇ ਆ, ਕਈਆਂ ਨੂੰ ਐਮਪਲੋਇਰ ਵੀ 2-3 ਵਾਰੀ ਬਦਲਣੇ ਪੈਂਦੇ ਆ। ਇੱਕ ਤਾਂ ਮੈਂ ਪਹਿਲਾਂ ਹੀ ਕਹਿ ਦਊਂਗੀ ਵੀ ਜਿਹੜੀ ਸਾਡੀ ਇਮੀਗ੍ਰੇਸ਼ਨ ਸਿਸਟਮ ਹੈਗੀ ਆ, ਇਟ ਨੀਡਸ ਲੋਟਸ ਆਫ ਵਰਕ। ਇਹਦੇ ਵਿੱਚ ਬਹੁਤ ਸਾਰੇ ਕਮੀਆਂ ਹੈਗੀਆਂ ਆ ਜਿਨ੍ਹਾਂ ਨੂੰ ਸਾਨੂੰ ਸੁਧਾਰਨਾ ਪੈਣਾ ਆ, ਪਰ ਉਹ ਮੈਂ ਫੈਡਰਲ ਸਰਕਾਰ ਤੇ ਰਹਿਣ ਦਿੰਦੀ ਆ। ਬਿਲਕੁਲ। ਜਿਹੜਾ ਸੁਧਾਰ ਅਸੀਂ ਹੁਣ ਲਿਆਂਦਾ ਆ, ਕੋਵਿਡ ਨੇ ਸਾਨੂੰ ਦੱਸ ਦਿੱਤਾ ਵੀ ਹੈਲਥ ਕੇਅਰ ਵਰਕਰਸ ਦੀ ਸਾਡੇ ਮੁਲਕ ਵਿੱਚ ਸਖਤ ਜ਼ਰੂਰਤ ਹੈਗੀ ਆ ਜੀ। ਇੱਕ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਕਮਿਟਮੈਂਟ ਸੀਗੀ $10 a day ਚਾਈਲਡ ਕੇਅਰ। ਉਹਦੇ ਨਾਲ ਵੀ ਨੀਡ ਟੂ ਗਰੋ ਮੋਰ ਚਾਈਲਡ ਕੇਅਰ ਸੈਂਟਰਸ and we need to grow more child care workers। ਜਿਹੜੇ early childhood educators ਹੋਣ, ਉਹਨਾਂ ਕੋਲ 2 ਸਾਲ ਦਾ ਟ੍ਰੇਨਿੰਗ ਹੁੰਦੀ ਆ, ਸਰਟੀਫਿਕੇਟ ਹੁੰਦੇ ਆ, ਉਹ ਜ਼ਰੂਰੀ ਹੈਗੇ ਆ ਜੀ। ਆ ਜਿਹੜੀ ਹੁਣ ਐਕਸਪੀਡਾਈਟਡ ਪ੍ਰੋਸੈਸ ਕੀਤੀ ਗਈ ਆ, ਇਹਦੇ ਵਿੱਚ ਲੈਂਗੁਏਜ ਰਿਕੁਆਇਰਮੈਂਟ ਨੂੰ ਵੀ ਮਿਲਣਾ ਪੈਂਦਾ ਆ, ਯੂ ਹੈਵ ਟੂ ਮੀਟ ਇਟ। ਬਾਕੀ ਸਾਰੀਆਂ ਰਿਕੁਆਇਰਮੈਂਟਸ ਮੀਟ ਕਰਨੀਆਂ ਪੈਣੀਆਂ ਆ, ਪਰ ਤੁਹਾਨੂੰ ਹੁਣ ਪ੍ਰਾਇਓਰਿਟੀ ਲਿਸਟ ਤੇ ਪਾਇਆ ਜਾਣਾ ਆ ਜੇ ਤੁਸੀਂ ਹੈਲਥ ਕੇਅਰ ਜਾਂ अर्ਲੀ ਚਾਈਲਡਹੁੱਡ ਐਜੂਕੇਸ਼ਨ ਵਿੱਚ ਕੰਮ ਕਰ ਰਹੇ ਆ। ਨੰਬਰ 1, ਜਿਹੜੇ ਹੈਲਥ ਕੇਅਰ ਅਥਾਰਟੀਜ਼ ਵਿੱਚ ਕੰਮ ਕਰ ਰਹੇ ਆ, ਇਹ ਨਹੀਂ ਵੀ ਤੁਹਾਨੂੰ ਡਾਕਟਰ ਜਾਂ ਨਰਸ ਹੋਣਾ ਪੈਣਾ ਆ। ਜਿਹੜਾ ਵੀ ਕੰਮ ਹੈਗਾ ਆ ਹੈਲਥ ਅਥਾਰਟੀ ਦੇ ਵਿੱਚ ਜੀ, ਜਿਹੜਾ ਵੀ ਕੰਮ ਹੈਗਾ ਆ, ਜੇ ਇਸ ਵਕਤ ਤੁਸੀਂ ਹੈਗੇ ਆ ਵਰਕ ਪਰਮਿਟ ਤੇ ਜੀ, ਤੁਸੀਂ ਉੱਥੇ ਕੰਮ ਕਰ ਰਹੇ ਆ, ਯੂ ਕੈਨ ਅਪਲਾਈ। ਬਹੁਤ ਹੀ ਸਿੰਪਲੀਫਾਈਡ ਪ੍ਰੋਸੈਸ ਹੋਊਗੀ ਜੀ। ਮੈਂ ਤਾਂ ਇਹੀ ਕਹੂੰਗੀ ਵੀ ਹੋਰ ਕਿਸੇ ਕੋ ਜਾਣ ਦੀ ਲੋੜ ਨਹੀਂ ਗੀ ਹੈਗੀ। ਆਪ ਹੀ ਆਪਣੇ ਪੇਪਰ ਭਰੋ ਐਂਡ ਯੂ ਕੈਨ ਅਪਲਾਈ ਜੀ। ਉਹਦੇ ਨਾਲ ਵਿਦਿਨ 90 days ਕਮਿਟਮੈਂਟ ਕੀਤੀ ਗਈ ਆ। ਇਹੀ ਪ੍ਰੋਸੈਸ ਹੈਗੀ ਆ। ਜਦੋਂ ਉਹਨਾਂ ਕੋਲ ਸਭ ਕੁਝ ਮਿਲ ਜਾਂਦਾ ਆ ਸਰਕਾਰ ਦੇ ਕੋਲ, ਵਿਦਿਨ 90 days ਉਹ ਕੰਮ ਹੋ ਜਾਂਦਾ ਆ ਜੀ। ਸੋ ਇਹ ਹੋਇਆ ਵੀ ਜਿਹੜੇ ਇੱਥੇ ਰਹਿੰਦੇ ਆ ਤੇ ਜਿਹੜੇ ਇੱਥੇ ਕੰਮ ਕਰਦੇ ਆ ਇਸ ਵਕਤ ਹੈਲਥ ਅਥਾਰਟੀਜ਼ ਦੇ ਵਿੱਚ ਜੀ। ਜਿੰਨੀ ਸਮਝੀ, ਜਿਹੜੀ ਮੈਨੂੰ ਗੱਲ ਸਮਝ ਆਈ ਆ ਕਿ ਤੁਹਾਡੀ ਪੜ੍ਹਾਈ ਜਾਂ ਟ੍ਰੇਨਿੰਗ ਉਸ ਫੀਲਡ 'ਚ ਹੋਵੇ, ਉਹਦੇ ਵਿੱਚ ਤੁਹਾਡੇ ਲੈਂਗੁਏਜ ਟੈਸਟ ਦੇ ਵਿੱਚ ਜੋ ਰਿਕੁਆਇਰਮੈਂਟ ਆ ਤੁਸੀਂ ਮੀਟ ਕਰਦੇ ਹੋਵੋ। ਜੇ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਸੁਖਾਲਾ ਕਰ ਦਿੱਤਾ ਗਿਆ, ਬਹੁਤ ਹੀ ਸੁਖਾਲਾ ਕਰ ਦਿੱਤਾ ਗਿਆ। ਪਰ ਇੱਕ ਗੱਲ ਹੋਰ ਵੀ ਹੈਗੀ ਆ, ਅੱਗੇ ਤੁਹਾਨੂੰ ਐਮਪਲੋਇਰ ਦੇ ਮੂਹਰੇ 100 ਮਿੰਨਤਾਂ ਕਰਨੀਆਂ ਪੈਂਦੀਆਂ ਸੀਗੀਆਂ। ਹੁਣ ਜਿਹੜਾ ਐਮਪਲੋਈ ਆ ਜੀ, ਜੋਬ ਲੈਟਰ ਉਹਦੇ ਹੱਥ ਵਿੱਚ ਹੈਗਾ, ਸੈਂਡ ਇਨ ਯੋਰ ਫਾਰਮਸ। ਜੇ ਤੁਸੀਂ ਹੈਲਥ ਅਥਾਰਟੀ ਵਿੱਚ ਕੰਮ ਕਰਦੇ ਆ, ਸਮਝ ਲਓ ਤੁਹਾਡੀ ਟ੍ਰੇਨਿੰਗ ਹੈਗੀ ਆ ਐਜ਼ ਅ ਵਾਟ ਐਵਰ, ਬਟ ਹੀਅਰ ਤੁਹਾਨੂੰ ਕੰਮ ਮਿਲ ਗਿਆ ਅੰਦਰ ਟੂ ਬੀ ਅ ਲੌਂਗ ਟਰਮ ਕੇਅਰ ਅਟੈਂਡੈਂਟ ਜੀ, ਯੂ ਕੁਆਲੀਫਾਈ ਜੀ। ਪਰਵਾਹ ਕਰਨ ਦੀ ਲੋੜ ਨਹੀਂ, ਜੋ ਅਪਾਇੰਟਮੈਂਟ ਹੈਗੀ ਜੇ ਤੁਸੀਂ ਕੰਮ ਕਰਦੇ ਆ ਜੀ ਉਸ ਮਹਿਕਮੇ ਦੇ ਵਿੱਚ ਜੀ, ਫਿਰ ਦੈਨ ਯੂ ਕੈਨ ਅਪਲਾਈ। ਠੀਕ ਹੈ ਜੀ। ਜੇ ਤੁਸੀਂ ਬਾਹਰ ਮੁਲਕ 'ਚ ਬੈਠੇ ਆ ਜਾਂ ਇੱਥੇ ਆ, ਹਾਲੇ ਤੁਹਾਡੇ ਕੋਲ ਕੰਮ ਨਹੀਂ ਮਿਲਿਆ ਆ ਜੀ, ਜਿਹੜੇ ਹੈਲਥ ਅਥਾਰਟੀ ਵਿੱਚ ਕੰਮ ਕਰਦੇ ਆ 35 ਕੈਟਾਗਰੀ ਵਿੱਚ ਆ, ਉਹਨਾਂ ਨੂੰ ਪ੍ਰਾਇਓਰਿਟੀ ਮਿਲੂਗੀ ਜੀ ਫॉर PNP। ਦੈਟਸ ਵੈਰੀ ਇੰਪੋਰਟੈਂਟ। ਜਿਹੜੇ अर्ਲੀ ਚਾਈਲਡਹੁੱਡ ਐਜੂਕੇਟਰਸ ਆ, ਜੇ ਤੁਹਾਡੇ ਕੋਲ 2 ਸਾਲ ਦਾ ਸਰਟੀਫਿਕੇਟ ਹੈਗਾ ਆ ਜਾਂ ਤੁਸੀਂ ਇਸ ਵਕਤ ਕੰਮ ਕਰ ਰਹੇ ਆ ਚਾਈਲਡ ਕੇਅਰ ਸੈਂਟਰ ਦੇ ਵਿੱਚ, ਉਹ ਵੀ ਜਿੱਥੇ ਰਜਿਸਟਰਡ ਹੋਵੇ ਜੀ,
then top of the list। ਠੀਕ ਹੈ ਜੀ ਜੇ ਤੁਸੀਂ ਬਾਹਰ ਬੈਠੇ ਆ ਇਸ ਵਕਤ 2 ਸਾਲ ਦੀ ਟ੍ਰੇਨਿੰਗ ਲੈ ਲਓ ਜੀ ਅਪਲਾਈ ਕਰੋ ਜੀ top of the priority list। ਬਾਕੀਆਂ ਤੋਂ ਅੱਗੇ ਨਿਕਲ ਜਾਓਗੇ ਬਿਲਕੁਲ ਪਿਛਲੇ ਸਾਲ 6700 ਜੀ ਨੂੰ ਕੀਤਾ ਗਿਆ ਸੀਗਾ ਐਡਮਿਟ। ਐਤਕੀ ਆਸ ਹੈਗੀ ਇਦੋਂ ਜ਼ਿਆਦਾ ਨੰਬਰ ਹੋਣਗੇ ਜੀ ਪਰ ਜਿਹੜੀ ਹੈਲਥ ਕੇਅਰ ਤੇ ਐਜੂਕੇਸ਼ਨ अर्ਲੀ ਐਜੂਕੇਸ਼ਨ ਦੇ ਵਿੱਚ ਰਲ ਮਿਲਾ ਕੇ ਮਸੀਂ 650 ਸੀ ਜੀ। ਸੋ ਸਾਨੂੰ ਆਸ ਹੈਗੀ ਆ ਵੀ ਐਤਕੀ ਇਦੋਂ ਬਹੁਤ ਜ਼ਿਆਦਾ ਹੋਣਗੇ ਕਰਕੇ ਬਹੁਤ ਸਾਰੇ ਲੋਕ ਇੱਥੇ ਆ ਕੇ ਜੀ ਜਿਨ੍ਹਾਂ ਕੋਲ ਸਿਰਫ ਵਰਕ ਪਰਮਿਟ ਹੀ ਆ ਉਹ ਹੈਲਥ ਕੇਅਰ ਵਿੱਚ ਕੰਮ ਕਰ ਰਹੇ ਆ ਇਸ ਵਕਤ ਉਹਨਾਂ ਲਈ ਇਹ ਬਹੁਤ ਵੱਡੀ ਓਪਰਚੁਨਿਟੀ ਹੈ। ਹਾਂਜੀ ਮੈਨੂੰ ਜਿਨੀ ਸਿਮਸ ਜਦੋਂ ਬਜਟ ਪੇਸ਼ ਕੀਤਾ ਸੀ ਨਾ ਉਦੋਂ ਮੇਰੇ ਮਨ ਦੇ ਵਿੱਚ ਬੜਾ ਆਇਆ ਕਿਉਂਕਿ ਉਦੋਂ ਦਾਅਵਾ ਬਹੁਤ ਵੱਡਾ ਸੀ ਕਿ ਅਸੀਂ $10 ਵਾਲਾ ਕੰਮ ਕਰਨਾ ਹੈ ਇੰਨੇ ਨਵੇਂ ਖੁੱਲ੍ਹਣੇ ਆ ਕਿ ਬੰਦੇ ਲਿਆਉਣੇ ਕਿੱਥੋਂ ਆ ਪਰ ਉਹ ਹੁਣ ਆ ਪ੍ਰੋਗਰਾਮ ਆ ਗਿਆ ਤਾਂ ਲੱਗਦਾ ਕਿ ਭਾਈ ਹੋ ਜਾਊਗਾ ਕੰਮ। ਦੇਖੋ ਜਿਹੜੇ ਇੱਥੇ ਵੀ ਅਸੀਂ ਐਕਸਟਰਾ ਸਪੇਸਿਸ ਖੋਲ੍ਹੀਆਂ ਯੂਨੀਵਰਸਿਟੀਜ਼ ਵਿੱਚ ਨਰਸਿਸ ਲਈ 600 ਆ ਜੀ ਸੈਕੰਡ ਮੈਡੀਕਲ ਸਕੂਲ ਬਣ ਗਿਆ ਤੇ ਗਾਂ ਜਿਹੜੀ ਆਪਣੇ ਲੌਂਗ ਟਰਮ ਕੇਅਰ ਅਟੈਂਡੈਂਟਸ ਉਹਨਾਂ ਲਈ ਵੀ ਸਪੇਸਿਸ ਵਧਾਈਆਂ ਗਈਆਂ। ਜਿਹੜੇ अर्ਲੀ ਚਾਈਲਡਹੁੱਡ ਐਜੂਕੇਟਰਸ ਆ ਉਹ ਤਾਂ ਅਸੀਂ ਪਹਿਲੇ ਸਾਲ ਜਦੋਂ ਆਏ ਸੀ ਦੂਸਰੇ ਸਾਲ ਉਦੋਂ ਹੀ ਅਨਾਉਂਸਮੈਂਟ ਕਰ ਦਿੱਤੀ ਸੀ ਵੀ ਇੰਨੀਆਂ ਐਕਸਟਰਾ ਸੀਟਸ ਕਾਲਜਸ ਵਿੱਚ ਖੋਲ੍ਹ ਦਿੱਤੀਆਂ ਗਈਆਂ ਸੀਗੀਆਂ। ਦੇਖੋ 2 ਸਾਲ ਦਾ ਕੋਰਸ ਆਪਾਂ ਸੋਚ ਲਈਦਾ ਵੀ ਬਹੁਤ ਲੰਬਾ ਹੈ ਜੀ ਪਰ 2 ਸਾਲ ਯੂੰ ਨਿਕਲ ਜਾਂਦੇ ਆ ਜਿੱਦਾਂ ਕੋਵਿਡ ਚ ਨਿਕਲ ਗਿਆ ਪਰ ਮਗਰੋਂ ਤੁਹਾਨੂੰ ਜਿਹੜੀਆਂ ਓਪਰਚੁਨਿਟੀਜ਼ ਮਿਲਦੀਆਂ ਆ। ਦੇਖੋ ਜਦੋਂ ਅਸੀਂ ਆਏ ਸੀਗੇ ਜਿਹੜੇ ਚਾਈਲਡ ਕੇਅਰ ਵਰਕਰ ਸੀਗੇ ਉਹਨਾਂ ਦੀ ਤਨਖਾਹ ਬਹੁਤ ਘੱਟ ਸੀਗੀ ਅਸੀਂ ਵਧਾ ਦਿੱਤੀ ਸੀਗੀ ਹੁਣ ਗਾਂ ਫੇਰ ਵਧੂਗੀ। ਸੋ ਇਟਸ ਆਲ ਗੁੱਡ ਪਰ ਇਹ ਓਪਰਚੁਨਿਟੀ ਹੈਗੀ ਆ ਬਿਲਕੁਲ ਠੀਕ। ਪਰ ਜਿਹੜੀ ਇਮੀਗ੍ਰੇਸ਼ਨ ਸਿਸਟਮ ਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਉਹਦੇ ਵਿੱਚ ਬਹੁਤ ਸਾਰੇ ਪ੍ਰੋਬਲਮਸ ਹੈਗੇ ਆ। ਇਹ ਪ੍ਰੋਬਲਮਸ ਇਮੀਗ੍ਰੈਂਟਸ ਤੇ ਨਹੀਂ ਇਹ ਪ੍ਰੋਬਲਮਸ ਉਹਨਾਂ ਬੰਦਿਆਂ ਦੇ ਆ ਜਿਹੜੇ ਹਰੇਕ ਕੰਸਲਟੈਂਟ ਮਾੜਾ ਨਹੀਂ ਜੀ ਪਰ ਕਈ ਹੈਗੇ ਆ ਜਿਹੜੇ ਬਹੁਤ ਗਲਤ ਇਸਤੇਮਾਲ ਕਰ ਰਹੇ ਆ ਸਿਸਟਮ ਦਾ ਤੇ ਸਾਡੇ ਬੱਚਿਆਂ ਦਾ ਵੀ ਜਿਹੜੇ ਇੱਥੇ ਪੜ੍ਹਨ ਨੂੰ ਆਉਂਦੇ ਆ ਤੇ ਗਾਂ ਇੰਪਲੋਇਰ ਵੀ ਸਫਰ ਕਰ ਰਹੇ ਆ ਇੰਪਲੋਈ ਵੀ ਸਫਰ ਕਰ ਰਹੇ ਆ। ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਜੇ ਸਾਨੂੰ ਇਮੀਗ੍ਰੈਂਟਸ ਦੀ ਲੋੜ ਆ ਫਿਰ ਫੈਡਰਲ ਸਰਕਾਰ ਨੂੰ ਜਨਰਲ ਲੇਬਰ ਕਲਾਸ ਲਈ ਇੱਕ ਦਰਵਾਜ਼ਾ ਖੋਲ੍ਹ ਦੇਣਾ ਚਾਹੀਦਾ ਆ ਵੀ ਜਦੋਂ ਇੱਥੇ ਆਉਣ ਲੈਂਡਡ ਇਮੀਗ੍ਰੈਂਟ ਹੋ ਕੇ ਆਉਣ ਫਿਰ ਨਾ ਉਹਨਾਂ ਤੇ ਕੋਈ ਉਹਨਾਂ ਨੂੰ ਮੈਨੀਪੂਲੇਟ ਕਰ ਸਕਦਾ ਆ ਨਾ ਉਹ ਕਿਸੇ ਨੂੰ ਆਪੇ 2-3 ਸਾਲ ਦੇ ਜਿਹੜੇ ਬਹੁਤ ਧੱਕੇ ਆ ਉਹ ਨਾ ਖਾਣੇ ਪੈਣ। ਨੋ ਜੀ ਮੈਂ ਆਪਣਾ ਐਗਜ਼ਾਮਪਲ ਦਿੰਨੀ ਆ ਪਲੀਜ਼ ਆਈ ਐਮ ਅ ਟੀਚਰ 1975 ਕਵੈਕ ਦੀ ਸਰਕਾਰ ਗਈ ਸੀਗੀ ਇੰਗਲੈਂਡ ਨੂੰ ਉਹਨਾਂ ਨੂੰ ਇੰਗਲਿਸ਼ ਸਪੀਕਿੰਗ ਟੀਚਰਸ ਚਾਹੀਦੇ ਸੀਗੇ। ਤੁਸੀਂ ਇੰਗਲੈਂਡ ਸੀ ਉਦੋਂ? ਯਾ ਜਿਹੜੇ ਸੀਨੀਅਰ ਇੰਗਲਿਸ਼ ਪੜ੍ਹਾ ਸਕਦੇ। ਉਦੋਂ ਮਾਰਗਰੇਟ ਥੈਚਰ ਉੱਥੇ ਆਈ ਸੀਗੀ ਅਸੀਂ ਕਿਹਾ ਚੱਲ 1 ਸਾਲ 2 ਸਾਲ ਬਾਹਰ ਟੀਚ ਕਰ ਲੈਂਦੇ ਮੇਰਾ ਹਸਬੈਂਡ ਤਾਂ ਮੈਂ ਅਸੀਂ ਦੋਨਾਂ ਨੇ ਅਸੀਂ ਅਪਲਾਈ ਕਰ ਲਿਆ। ਠੀਕ ਹੈ we got teaching jobs in Quebec but ਜਿੱਦਣ ਅਸੀਂ ਲੈਂਡ ਕੀਤਾ we were PRs। ਅੱਛਾ ਨਾਲ ਹੀ ਲੈਂਡਿੰਗ ਸਾਰੇ ਕਾਗਜ਼ ਪੱਤਰ ਉਸ ਲਈ ਕਹਿੰਦੇ ਵੀ ਤੁਸੀਂ ਠੀਕ ਹੋ ਹੁਣ। ਪਹਿਲਾਂ ਇਦਾਂ ਹੀ ਹੁੰਦਾ ਸੀਗਾ ਜੀ ਆ ਜਿਹੜੀ ਆਪਣੀ ਆਹ ਬਈ ਵਰਕ ਪਰਮਿਟ ਸਿਸਟਮ ਆ ਨਾ ਤਾਂ ਜਿਹੜੀ ਗਰੋਥ ਇਨ ਟੈਂਪਰੇਰੀ ਫੋਰਨ ਵਰਕਰਸ ਉਹ ਗਰੋਥ ਹੋਈ ਆ ਜਦੋਂ ਕੰਜ਼ਰਵੇਟਿਵ ਸਰਕਾਰ ਸੀਗੀ। ਆ ਜਿਹੜੀ ਵਰਕ ਪਰਮਿਟ ਦੀ ਆ ਤੁਸੀਂ LMI ਲਵੋ ਤੁਸੀਂ ਆ ਕਰੋ ਸਾਡੇ ਰੇਡੀਓ ਦੇ ਤੇ LMI ਰੋਜ਼ ਵਿਕਦੀਆਂ ਜੀ ਲੋਕ ਕਹਿੰਦੇ ਵੀ ਸਾਡੇ ਕੋਲ ਹੈਗਾ ਚਾਚੇ ਨੂੰ ਮੰਗਾਉਣਾ ਭਤੀਜੇ ਨੂੰ ਮੰਗਾਉਣਾ ਭਤੀਜੀ ਨੂੰ ਮੰਗਾਉਣਾ ਆਓ ਸਾਡੇ ਕੋਲ LMI ਹੈਗੀ ਆ ਪਰ ਮੇਰੇ ਮੂੰਹ ਵਿੱਚ ਇਹ ਸਵਾਲ ਹੈਗਾ ਆ ਵੀ ਉਹਨਾਂ ਦੇ ਕੋਲ ਕਿਉਂ LMI ਆ ਜੀ ਜਿਹੜੀ LMI ਹੁੰਦੀ ਆ ਉਹ ਇੰਪਲੋਇਰ ਦੇ ਕੋਲ ਹੋਣੀ ਚਾਹੀਦੀ ਆ ਕਰਕੇ ਉਹਨੂੰ ਜ਼ਰੂਰਤ ਹੈਗੀ ਆ ਫਿਰ ਇੰਪਲੋਇਰ ਉਹਨੂੰ ਹਾਇਰ ਕਰੇ। ਸਾਡੇ ਕੋਲ ਸਟੋਰੀਆਂ ਆਉਂਦੀਆਂ ਆ ਕਈ ਇੰਪਲੋਇਰ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੇਰੇ ਨਾਂ ਦੇ ਥੱਲੇ 5 LMI ਮਿਲ ਗਈਆਂ ਬਾਰੋ ਬਾਰੀ ਚੱਕਦਾ ਹੀ ਕੰਮ ਯਾ ਮੈਂ ਤਾਂ ਕਹਿੰਦਾ ਇੱਕ ਲਈ ਅਪਲਾਈ ਕੀਤਾ ਸੀ ਤੇ ਸੋ ਇਸ ਕਰਕੇ ਇਸ ਵਕਤ ਮੈਂ ਦੇਖਦੀ ਹਾਂ ਵੀ ਸਾਡੇ ਸਟੂਡੈਂਟਸ ਦੇ ਉੱਪਰ ਬਹੁਤ ਅਸੀਂ ਵਾਜੇ ਵੇਲੇ ਗਲਤ ਇਲਜ਼ਾਮ ਲਾ ਦਈਦਾ ਆ ਇੱਥੇ ਸਟੂਡੈਂਟਸ ਨੇ ਆ ਕੇ ਸਾਡੀ ਮਹਿੰਗਾਈ ਕਰ ਦਿੱਤੀ ਰੈਂਟ ਮਹਿੰਗੇ ਹੋ ਗਏ ਆ। ਸਟੂਡੈਂਟਸ ਨੇ ਨਹੀਂ ਕੰਮ ਕੀਤਾ ਕੋਈ ਸਟੂਡੈਂਟਸ ਜਦੋਂ ਬਾਹਰੋਂ ਆਉਂਦੇ ਆ ਉਹ ਨਹੀਂ ਕਹਿੰਦੇ ਵੀ ਅਸੀਂ ਤੁਹਾਡੇ ਘਰ ਰਹਿਣਾ ਵੀ ਰੈਂਟ ਵਧਾ ਦਿਓ ਜੀ ਉਹ ਜਿਹੜੇ ਇੱਥੇ ਰਹਿਣ ਵਾਲੇ ਆ ਉਹਨਾਂ ਨੇ ਦੇਖਿਆ ਵੀ ਸਾਨੂੰ ਮੌਕਾ ਹੈਗਾ ਓਪਰਚੁਨਿਟੀ ਜਿੱਥੇ ਅੱਗੇ ਕੋਈ $800 ਜਾਂ $1000 ਦੇ ਕੇ ਸਾਡੀ ਬੇਸਮੈਂਟ 'ਚ ਰਹਿੰਦਾ ਸੀਗਾ ਉਹਨਾਂ ਨੂੰ ਬਾਹਰ ਕੱਢ ਦਿੰਦੇ ਆ ਤੇ ਉਹਦੇ ਥਾਂ 4 ਸਟੂਡੈਂਟਸ ਲੈ ਆਈਏ 4 ਤੋਂ 500 ਲਈਏ ਤੇ ਸਾਡਾ ਤਾਂ ਬਣ ਗਿਆ 2000। ਲੋਕਾਂ ਨੇ ਗੁੱਸੇ ਹੋਣਾ ਤੁਹਾਡੀ ਗੱਲ ਸੁਣ ਕੇ? ਨੋ ਪਰ ਲੋਕਾਂ ਨੇ ਕਿਉਂ ਕਰਦੇ ਆ ਜੀ ਲੋਕਾਂ ਦੇ ਵੀ ਉੱਪਰ ਮਜਬੂਰੀਆਂ ਹੈਗੀਆਂ ਆ ਉਹ ਕਹਿੰਦੇ ਵੀ ਸਾਡੇ ਤਾਂ ਬਿੱਲ ਹੀ ਇੰਨੇ ਵੱਧ ਗਏ ਜੀ ਘਰ ਹੀ ਇੰਨੇ ਮਹਿੰਗੇ ਹੋ ਗਏ ਆ ਅਸੀਂ ਕੀ ਕਰੀਏ ਕਿਸ਼ਤ ਕਿੱਥੋਂ ਦੇਣੀ ਪਰ ਐਂਡ ਤੇ ਜਾ ਕੇ ਜਿਹੜੀ ਆਮ ਜਨਤਾ ਆ ਉਹ ਤਾਂ ਇਹੀ ਕਹਿੰਦੀ ਵੀ ਸਟੂਡੈਂਟਸ ਨੇ ਆ ਕੇ ਰੈਂਟ ਵਧਾ ਦਿੱਤਾ ਗਾਲ ਉਹਨਾਂ ਦੇ ਪੈ ਜਾਂਦੀ ਗੱਲ ਸਾਰੀ। ਆ ਜਿਹੜੇ ਬਜ਼ੁਰਗ ਹੈਗੇ ਆ ਨਾ ਹੁਣ ਮੈਂ ਇੱਕ ਕਪਲ ਨੂੰ ਕੱਲ ਮਿਲੀ ਸੀ ਜੀ ਉਹ ਮੈਨੂੰ ਕਹਿੰਦੇ ਵੀ ਭੈਣ ਜੀ ਅਸੀਂ 800 ਦਿੰਨੇ ਆਏ ਆ
ਅਸੀਂ ਹੁਣ 1200 ਦੇਣ ਨੂੰ ਵੀ ਤਿਆਰ ਹਾਂ, ਪਰ ਉਹ ਸਾਨੂੰ ਕਹਿੰਦੇ ਤੁਸੀਂ ਜਾਓ ਵੀ ਮਿਲਦਾ ਨਹੀਂ ਯਾ ਜੀ। ਤੇ ਕਹਿੰਦੇ ਸਾਨੂੰ ਪਤਾ ਵੀ ਉਹਨਾਂ ਨੇ ਉੱਥੇ ਸਟੂਡੈਂਟਸ ਹੀ ਪਾਉਣੇ ਆ, ਵੀ ਸਟੂਡੈਂਟਸ ਦਾ ਫਾਲਟ ਆ ਜੀ, ਵੀ ਉਹਨਾਂ ਨੂੰ ਰੋਕੋ। ਮੈਂ ਕਿਹਾ ਸਟੂਡੈਂਟਸ ਨੇ ਕੀ ਗਲਤ ਕੀਤਾ, ਉਹ ਵੀ ਇਨਸਾਨ ਆ, ਉਹ ਵੀ ਜਗ੍ਹਾ ਟੋਲਦੇ ਆ ਰਹਿਣ ਲਈ। ਦੇਖੋ ਇਹਦੇ ਵਿੱਚ ਗੁੱਸੇ ਹੋਣ ਦੀ ਲੋੜ ਹੈ ਨਹੀਂ ਹੈਗੀ। ਜਿਹੜਾ ਅੱਗੇ ਘਰ ਤੁਹਾਨੂੰ 3 ਲੱਖ ਦਾ ਮਿਲਦਾ ਸੀਗਾ ਜੀ, ਅੱਜ ਮਿਲੀਅਨ ਦਾ ਹੋ ਜਾਵੇ। ਜੀ ਅੱਜ ਮੈਂ ਮਿਲੀਅਨ ਦਾ ਘਰ ਲਿਆ, ਮੈਂ ਆਪਣੀ ਕਿਸ਼ਤ ਵੀ ਚੁੱਕਣੀ ਆ, ਫਿਰ ਮੈਂ ਸੋਚਣਾ ਵੀ ਮੈਨੂੰ ਬੇਸਮੈਂਟ ਵਿੱਚੋਂ ਜਿੰਨਾ ਵੀ ਕਿਰਾਇਆ ਆਵੇ ਮੈਂ ਲਊਂਗੀ, ਮੈਂ ਲਊਂਗੀ ਜੀ। ਪਰ ਆਪਾਂ ਨੂੰ ਸੋਚਣਾ ਪੈਣਾ ਵੀ ਅਸੀਂ ਇਲਜ਼ਾਮ ਕਿਹਦੇ ਤੇ ਲਾਉਂਦੇ ਜੀ। ਮੇਰਾ ਇਹੀ ਮਤਲਬ ਸੀ। ਨਹੀਂ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਕਿ ਸਾਰਾ ਉਹ ਪ੍ਰੋਸੈਸ ਹੀ ਇਦਾਂ ਦਾ ਹੋ ਗਿਆ, ਘਰ ਮਹਿੰਗੇ ਹੋ ਗਿਆ, ਉਹਨਾਂ ਦੀਆਂ ਮਜਬੂਰੀਆਂ ਬਣ ਗਈਆਂ, ਤੇ ਉਹਨਾਂ ਨੇ ਫਿਰ ਉਹੀ ਬੰਦਾ ਲਿਆਉਣਾ ਜਿਹੜਾ ਵੱਧ ਕਿਰਾਇਆ ਦੇਵੇ, ਤੇ ਆਖਰੀ ਜਾ ਕੇ ਸਾਰਾ ਦੋਸ਼ ਸਟੂਡੈਂਟਸ ਤੇ ਆ ਜਾਂਦਾ। ਪਰ ਮੈਂ ਗੱਲ ਹੋਰ ਵੀ ਕਹੂੰਗੀ ਨਾ, ਵਾਜੇ ਵੇਲੇ ਸਾਰਿਆਂ ਨੇ ਤਾਂ ਨਹੀਂ ਨਵੇਂ ਘਰ ਲਏ ਜੀ। ਕਈ ਤਾਂ ਜਿਹੜੇ ਉਹਨਾਂ ਨੇ ਘਰ ਲਏ ਸੀਗੇ 3 ਲੱਖ ਦੇ 5 ਲੱਖ ਦੇ, ਉਸ ਹਿਸਾਬ ਤੇ ਬੈਠੇ, ਪਰ ਉਹ ਘਰ ਹੋਰ 2 ਮਿਲੀਅਨ ਦੇ ਬਣ ਗਏ ਹੁਣ। ਪਰ ਇਹ ਤਾਂ ਆਪਣਾ ਨਜ਼ਰੀਆ ਦੇਖਣਾ ਕਿਵੇਂ ਦੇਖਣਾ। ਦੇਖੋ ਇੱਕ ਮੈਨੂੰ ਹੋਰ ਗੱਲ ਜ਼ਰੂਰ ਦੱਸਿਓ ਕਿ ਇੱਕ ਤਾਂ ਇਹ ਮੈਡੀਕਲ ਫੀਲਡ ਵਾਲਿਆਂ ਲਈ ਹੋ ਗਈ, ਇੱਕ ਮੈਂ ਕੁਝ ਮੈਨੇਜਰ ਦੀ ਪੋਸਟ ਵਾਲਾ ਮਸਲਾ ਵੀ ਸੀ, ਉਹ ਵੀ ਕੋਈ ਪੀਐਨਪੀ ਦੇ ਵਿੱਚ ਆਇਆ ਜੀ? ਜਿੱਥੇ ਮੈਨੇਜਮੈਂਟ ਦੀ ਲੋੜ ਹੈਗੀ ਹੈ, ਪਰ ਉਹਦੇ ਲਈ ਤੁਹਾਨੂੰ ਪ੍ਰਾਇੋਰਿਟੀ ਮਿਲੂਗੀ ਜੇ ਤੁਸੀਂ ਮੈਨੇਜਮੈਂਟ ਦਾ ਕੰਮ ਕਰ ਰਹੇ ਆ। ਓਕੇ। ਹੁਣ ਆਪਾਂ ਨੂੰ ਪਤਾ ਹੈ ਕਿ ਸ਼ਾਪਿੰਗ ਕਰਨ ਲੱਗ ਪਏ ਆ ਫॉर ਮੈਨੇਜਮੈਂਟ ਪੋਜੀਸ਼ਨਸ ਜੀ, ਤੇ ਕਿਸੇ ਨੂੰ ਮੈਂ ਬਲੇਮ ਨਹੀਂ ਦਿੰਦੀ ਜਦੋਂ ਇਹ ਕੰਮ ਹੁੰਦਾ ਆ, ਇਹ ਸਾਡੀ ਸਿਸਟਮ ਟੁੱਟੀ ਫੁੱਟੀ ਆ, ਇਸ ਕਰਕੇ ਲੋਕ ਦੌੜੇ ਫਿਰਦੇ ਆ। ਸੋ ਇਸ ਕਰਕੇ ਇਫ ਯੂ ਆਰ ਇਨ ਅ ਮੈਨੇਜਮੈਂਟ ਪੋਜੀਸ਼ਨ, ਤੁਹਾਡੇ ਕੋਲ ਥੋੜੀ ਟ੍ਰੇਨਿੰਗ ਵੀ ਹੋਣੀ ਚਾਹੀਦੀ, ਐਕਸਪੀਰੀਅੰਸ ਵੀ ਹੋਣਾ ਚਾਹੀਦਾ, ਮੈਨੇਜ ਫੇਰ ਹੀ ਕਰਾਂਗੇ, ਦੈਨ ਇਟ ਵਿਲ ਬੀ ਫਾਈਨ। ਨਹੀਂ ਠੀਕ ਹੈ ਜੀ। ਅੱਛਾ ਜੀ, ਨਹੀਂ ਸਮਝੀ, ਇੱਕ ਮੈਨੂੰ ਹੋਰ ਜ਼ਰੂਰ ਗੱਲ ਦੱਸਿਓ ਕਿ ਜਦੋਂ ਬਜਟ ਪੇਸ਼ ਹੋਇਆ ਸੀ, ਤੁਹਾਡੀ ਸਰਕਾਰ ਹੈ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਤਾਂ ਉਦੋਂ ਕਿਹਾ ਸੀ ਕਿ ਕੁਝ ਇੰਟਰਸਟ ਰੇਟ ਜਿਹੜੇ ਹੈ ਉਹਨਾਂ ਦੇ ਵਿੱਚ ਚੇਂਜਸ ਲਿਆਂਦੀ ਜਾਊਗੀ, ਸ਼ਾਇਦ ਘਰਾਂ ਦੀਆਂ ਕੀਮਤਾਂ ਥੋੜ੍ਹੀਆਂ ਜਿਹੜੀਆਂ ਥੱਲੇ ਆਉਣ। ਲੱਗਦਾ ਹੈ ਕੋਈ ਇੱਦਾਂ ਦੇ ਚਾਂਸ? ਕਿਉਂਕਿ ਮੈਂ ਡਾਟਾ ਪੜ੍ਹ ਰਿਹਾ ਸੀ ਕਿ ਹਜ਼ਾਰਾਂ ਲੋਕ ਜਦੋਂ ਆ ਰਹੇ ਨੇ, ਘਰ ਤਾਂ ਲੈਣਾ ਹੀ ਆ, ਫਿਰ ਜੋ ਮਰਜ਼ੀ ਕਰੀਏ, ਮੈਨੂੰ ਲੱਗਦਾ ਕਿ ਥੱਲੇ ਆਉਣ ਦੇ ਆਸ ਤਾਂ ਇਕੱਠੇ ਹੀ ਆ। ਆਉਂਦੇ ਸਾਲ ਨੂੰ ਕਹਿੰਦੇ 40,000 ਤੋਂ ਉੱਪਰ ਆਪਣੇ ਇੱਥੇ ਆਉਣੇ ਆ ਜੀ, ਇਸੇ ਸ਼ਹਿਰ 'ਚ ਆਪਣੇ 'ਚ। ਸੋ ਇਸ ਕਰਕੇ ਮਾਰਕੀਟ ਇਸ਼ੂ ਵੀ ਹੈਗਾ ਆ। ਦੇਖੋ ਇੰਟਰਸਟ ਰੇਟ ਜਿਹੜਾ ਹੁੰਦਾ ਆ ਉਹ ਸੂਬਾ ਸਰਕਾਰ ਦੇ ਹੱਥ ਵਿੱਚ ਹੈ ਨਹੀਂ, ਉਹ ਤਾਂ ਬੈਂਕ ਆਫ ਕੈਨੇਡਾ ਸੈੱਟ ਕਰਦੀ ਆ, ਸੋ ਉਹਦੇ ਤੇ ਆਪਾਂ ਨਹੀਂ ਗੱਲ ਕਰਦੇ। ਉਹ ਗਾਂ ਵਧਣਾ ਜ਼ਰੂਰ ਆ ਕਰਕੇ ਇਨਫਲੇਸ਼ਨ ਨੂੰ ਰੋਕਣ ਨੂੰ ਉਹਨਾਂ ਨੇ ਹੁਣ ਥੋੜਾ ਵਧਾਉਣ ਲੱਗ ਪੈਣਾ ਆ, ਉਹਦੇ ਤੇ ਲੋਕਾਂ ਦਾ ਬਹੁਤ ਨੁਕਸਾਨ ਵੀ ਹੋਣਾ ਹੈ ਜੀ। ਪਰ ਜੇ ਆਪਾਂ ਸੋਚੀਏ ਘਰਾਂ ਦੀ, ਜਦੋਂ ਅਸੀਂ ਆਏ ਸੀਗੇ ਬਹੁਤ ਕੋਸ਼ਿਸ਼ ਕੀਤੀ, ਹਾਲੇ ਵੀ ਕਰ ਰਹੇ ਆ, ਹਰੇਕ ਸਾਲ ਅਸੀਂ 1.4 ਬਿਲੀਅਨ, ਮਿਲੀਅਨ ਨਹੀਂ ਬਿਲੀਅਨ ਡਾਲਰ ਹਾਊਸਿੰਗ ਦੇ ਵਿੱਚ ਪਾ ਰਹੇ ਆ, ਫॉर ਅਫੋਰਡੇਬਲ ਹਾਊਸਿੰਗ ਐਂਡ ਫॉर ਅਸਿਸਟਡ ਹਾਊਸਿੰਗ, ਜਿਨ੍ਹਾਂ ਨੂੰ ਸਖਤ ਜ਼ਰੂਰਤ ਹੈਗੀ ਆ। ਪਰ ਫਿਰ ਵੀ ਡਿਮਾਂਡ ਇੰਨੀ ਹੈਗੀ ਆ ਤੇ ਹੋ ਹੀ ਜਾਂਦਾ ਹੈ, ਸਿਰਫ ਆਪਣੇ ਨਹੀਂ, ਟੋਰਾਂਟੋ ਵੀ ਹੋ ਰਿਹਾ, ਹੋਰ ਪਾਸੇ ਵੀ ਹੋ ਰਿਹਾ ਆ। ਇਹਦੇ ਲਈ ਹਾਲੇ ਵੀ ਹੱਲ ਟੋਲਦੇ ਆ। ਉਹ ਜਿਹੜੀ ਕਹਿੰਦੇ ਹੁੰਦੇ ਮਨੀ ਲਾਂਡਰਿੰਗ ਸੀਗੀ ਜੀ, ਉਹ ਤਾਂ ਜਿਹੜੀ ਕਸੀਨੋ ਵਿੱਚ ਸੀ ਉਹ ਤਾਂ ਰੁਕ ਗਈ ਆ, ਰਾਈਟ। ਹਾਲੇ ਵੀ ਆਪਣੇ ਜਿਹੜੀ ਇੱਥੇ ਹੈਗੇ ਆ ਘਰ, ਇਹ ਮਹਿੰਗੇ ਹੋ ਰਹੇ ਆ, ਸਪਲਾਈ ਐਂਡ ਡਿਮਾਂਡ ਦਾ ਇਸ਼ੂ ਹੈਗਾ ਆ। ਘਰ ਬਹੁਤ ਬਣ ਰਹੇ ਆ, ਆਪਾਂ ਨੂੰ ਪਤਾ ਸਰੀ ਵਿੱਚ ਕੰਸਟਰਕਸ਼ਨ ਨਹੀਂ ਰੁਕਿਆ, ਕੰਸਟਰਕਸ਼ਨ ਤਾਂ ਚੱਲਦਾ ਹੀ ਰਿਹਾ, ਕੋਵਿਡ ਦੇ ਵਿੱਚ ਵੀ ਜ਼ੋਰਾਂ ਤੇ ਰਿਹਾ ਜੀ, ਸਾਰਾ ਜ਼ੋਰਾਂ ਤੇ ਇਸ ਕਰਕੇ ਹੁਣ ਅਸੀਂ ਹਰੇਕ ਸੂਬੇ ਦੇ ਹਰੇਕ ਸ਼ਹਿਰ ਦੇ ਨਾਲ ਗੱਲ ਕਰਦੇ ਹਾਂ ਜੀ। ਵੈਨਕੂਵਰ ਵਿੱਚ ਕਾਫੀ ਅਫੋਰਡੇਬਲ ਹਾਊਸਿੰਗ ਬਣ ਗਈ, ਕਿਉਂਕਿ ਉੱਥੇ ਦੀ ਜਿਹੜੀ ਮਿਊਨਿਸਪੈਲਿਟੀ ਸੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਕੋਆਪਰੇਟ ਕੀਤਾ ਜੀ। ਜਿਹਨਾਂ ਲੋਕਲ ਗਵਰਨਮੈਂਟ ਨੇ ਨਹੀਂ ਪੂਰਾ ਜੋਸ਼ ਲਾਇਆ ਜੀ, ਉਹ ਥੋੜਾ ਹੁਣ ਪਿੱਛੇ ਰਹਿ ਗਏ। ਹੁਣ ਆਸ ਹੈਗੀ ਆ ਵੀ ਆਪਾਂ ਇੱਥੇ ਸਰੀ ਵੀ, ਪਰ ਸਰੀ ਦੇ ਵਿੱਚ ਹੁਣ ਕਿੰਨਾ ਹੀ ਸਾਲ ਹੋ ਗਏ ਆ, ਸਾਨੂੰ ਤਾਂ ਬਸ ਇੱਕੋ ਹੀ ਗੱਲ ਕਰੀਦੀ ਆ, ਸਰੀ ਪੁਲਿਸ ਦੀ ਜੀ ਜਾਂ RCMP ਦੀ। ਦੇਖੋ ਸੇਫਟੀ ਸਾਰਿਆਂ ਲਈ ਇੰਪੋਰਟੈਂਟ ਹੈਗੀ ਆ, ਟ੍ਰਾਂਜੀਸ਼ਨ ਹੈਜ਼ ਸਟਾਰਟਡ ਐਂਡ, ਪਰ ਆਪਾਂ ਨੂੰ ਹਾਊਸਿੰਗ ਵੱਲ ਵੀ ਧਿਆਨ ਦੇਣਾ ਪੈਣਾ ਵੀ ਕਿੱਦਾਂ ਅਸੀਂ ਜਿਹੜਾ ਬਈ ਹਾਊਸਿੰਗ ਨੂੰ ਇਨਕਰੇਜ ਕਰੀਏ ਜੀ। ਤੇ ਡੇਵਿਡ ਈਬੀ ਬਹੁਤ ਕਾਬਲੀਅਤ ਮਿਨਿਸਟਰ ਹੈਗੇ ਆ, ਅਟਾਰਨੀ ਜਨਰਲ ਵੀ ਹੈਗਾ ਆ ਜੀ। ਹੁਣ ਪਹਿਲਾਂ ICBC ਵਿੱਚ ਕਿੰਨਾ ਵਧੀਆ ਸੁਧਾਰ ਲੈ ਕੇ ਆਂਦਾ, ਫਰਮ ਅ ਡੰਪਸਟਰ ਫਾਇਰ ਟੂ ਅਸ ਗੈਟਿੰਗ ਚੈਕਸ ਰੈਗੂਲਰਲੀ, ਰਾਈਟ, ਐਂਡ ਰੇਟਸ ਵੀ ਡਿੱਗ ਪਏ ਆ। ਇਸ ਤਰੀਕੇ ਦੇ ਨਾਲ ਹੁਣ ਮੈਨੂੰ ਬਹੁਤ ਹੈਗਾ ਆ ਵੀ ਆਸ, ਕਿਉਂਕਿ ਉਹਦੇ ਹੱਥ ਵਿੱਚ ਇਹ ਫਾਈਲ ਆ ਜੀ। ਤੇ ਸਾਡੀ ਸਰਕਾਰ ਨੇ ਐਵਰੀ ਈਅਰ 1.4 ਬਿਲੀਅਨ ਡਾਲਰ ਖਰਚੀ ਜਾਣਾ ਆ, ਐਂਡ
ਅਸੀਂ ਦੇਖਦੇ ਹਾਂ ਕਿੱਥੇ ਸਾਡੀ ਜ਼ਮੀਨ ਆ, ਕਿੱਥੇ ਸਿਟੀ ਦੀ ਜ਼ਮੀਨ ਆ, ਜੀ। ਕਿੱਥੇ ਰਲ ਮਿਲ ਕੇ ਅਫੋਰਡੇਬਲ ਹਾਊਸਿੰਗ ਬਣੀ ਜਾਵੇ। ਮੇਰਾ ਆਖਰੀ ਹੁਣ ਫੈਡਰਲ ਸਰਕਾਰ ਨੇ ਵੀ ਇਨਵੈਸਟਮੈਂਟ ਕਰਨੀ ਆ, ਉਹਦੇ ਨਾਲ ਵੀ ਥੋੜਾ ਕੁਝ ਹੋਊਗਾ ਜੀ। ਮੇਰਾ ਸਵਾਲ ਸੀ ਕਿ ਘੱਟੋ ਘੱਟ ਮਿਹਨਤਾਨਾ ਵਧਾਇਆ ਜੀ ਤੁਹਾਡੀ ਸਰਕਾਰ ਨੇ ਹੁਣ ਕਿ ਜਿਹੜੀ ਮਿਨੀਮਮ ਵੇਜ ਆ ਉਹ ਥੋੜੀ ਜਿਹੀ ਵਧਾ ਦਈਏ, ਕਿਉਂਕਿ ਮਹਿੰਗਾਈ ਵੱਧ ਗਈ ਸੀ। ਕੋਵਿਡ ਤੋਂ ਬਾਅਦ ਕਈ ਚੀਜ਼ਾਂ ਦੀਆਂ ਕੀਮਤਾਂ ਐ ਵਧੀਆਂ, ਉਹ ਮੁੜ ਕੇ ਕੋਵਿਡ ਥੱਲੇ ਆ ਗਿਆ ਪਰ ਕੀਮਤਾਂ ਥੱਲੇ ਨਹੀਂ ਆਈਆਂ। ਹੁਣ ਕਿੰਨਾ ਕੁ ਫਰਕ ਤੁਹਾਨੂੰ ਲੱਗਦਾ ਕਿ ਜਿੰਨੇ ਕੁ ਸੈਂਟ ਵਧਾਏ ਨੇ ਉਹਦੇ ਨਾਲ ਪੈ ਸਕਦਾ? ਦੇਖੋ ਉਹਨੂੰ ਹੀ ਪਤਾ ਹੁੰਦਾ ਆ ਜੀ, ਜਿਹਦੀ ਜੇਬ ਦੇ ਵਿੱਚ ਬੇਸ਼ੱਕ ਦੀ $10 ਐਕਸਟਰਾ ਚੱਲ ਜਾ ਦਿਨ ਦੇ, ਜੀ, ਜੇ ਦਿਨ ਦੇ 10 ਜਾਣਗੇ ਫਿਰ 20 ਦਿਨਾਂ ਦੇ ਤਾਂ 200 ਹੋ ਹੀ ਗਿਆ, 200 ਹੋ ਗਿਆ ਰਾਈਟ। ਸੋ ਉਹਨਾਂ ਨੂੰ ਪਤਾ ਆ ਵੀ ਉਹਨਾਂ ਲਈ ਕਿੰਨੀ ਅਹਿਮੀਅਤ ਆ। ਦੇਖੋ ਜਦੋਂ ਸਾਡੀ ਸਰਕਾਰ ਬਣੀ ਸੀਗੀ BC ਸੂਬੇ ਦੇ ਵਿੱਚ ਵੀ ਹੈਡ ਦ ਲੋਐਸਟ, ਜੀ, ਸਭ ਤੋਂ ਥੱਲੇ ਇੱਥੇ ਦੀ ਸਾਰੇ ਕੈਨੇਡਾ ਵਿੱਚ ਵੀ ਹੈਡ ਦ ਲੋਐਸਟ। ਤੇ ਉਦੋਂ ਕਈ ਸਾਲਾਂ ਦੇ ਵਿੱਚ ਲਿਬਰਲ ਨੇ ਵਧਾਇਆ ਨਹੀਂ ਸੀ, ਜਦੋਂ ਵਧਾਉਂਦੇ ਹੁੰਦੇ ਸੀ 5 ਸੈਂਟ, ਉਹ ਵੀ ਲੜ ਲੜਾ ਕੇ, ਠੀਕ ਹੈ, ਬਹੁਤ ਘੱਟ ਵਧਾਇਆ ਸੀਗਾ। ਤੇ ਜਦੋਂ ਇਹਨਾਂ ਦੀ ਸਰਕਾਰ ਆਈ ਸੀਗੀ ਇਹਨਾਂ ਨੇ ਉਹ ਜਿਹੜੀ ਕਹਿੰਦੇ ਹੁੰਦੇ ਐਂਟਰੀ ਵੇਜ ਵੀ ਲਾ ਦਿੱਤੀ ਸੀਗੀ, ਦ ਲਰਨਿੰਗ ਵੇਜ, ਰਾਈਟ। ਉਹਦੇ ਨਾਲ ਵੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ। ਨਾਓ ਮਿਨੀਮਮ ਵੇਜ ਇਜ਼ ਅਕ੍ਰੋਸ ਦ ਬੋਰਡ ਜੀ। ਸਾਡੀ ਕਮਿਟਮੈਂਟ ਸੀਗੀ ਵੀ ਪਹਿਲੀ ਟਰਮ ਦੇ ਵਿੱਚ ਅਸੀਂ $15 ਐਨ ਆਵਰ ਤੇ ਕਰ ਦੇਵਾਂਗੇ। ਫਿਰ ਸੂਬੇ ਨੇ ਇਹ ਕੰਮ ਕੀਤਾ ਜਿਹੜਾ ਬਹੁਤ ਹੀ ਇੰਪੋਰਟੈਂਟ ਆ ਤੇ ਪਹਿਲੇ ਸੂਬੇ ਨੇ ਕੀਤਾ ਆ। ਫਿਰ ਅਸੀਂ ਇਹਨੂੰ ਠਾਈ ਕਰ ਦਿੱਤਾ ਵੀ ਸਰਕਾਰਾਂ ਤੇ ਨਾ ਸਦਾ ਹੀ ਡਿਪੈਂਡ ਹੋਣਾ ਪਵੇ ਜੀ। ਸਰਕਾਰਾਂ ਫਿਰ ਵੀ ਖਜ਼ਾਨੇ ਵੱਲ ਨੂੰ ਥੋੜਾ ਦੇਖਣ ਲੱਗ ਪੈਂਦੀਆਂ ਆ। ਇਟਸ ਨਾਓ ਟਾਈਡ ਟੂ ਦ ਕਾਸਟ ਆਫ ਲਿਵਿੰਗ। ਸੋ ਹਰੇਕ ਸਾਲ ਜਦੋਂ ਕਾਸਟ ਆਫ ਲਿਵਿੰਗ ਤਾਂ ਨੂੰ ਜਾਊਗੀ ਜੀ, ਮਿਨੀਮਮ ਵੇਜ ਵੀ ਤਾਂ ਨੂੰ ਜਾਊਗੀ। ਪਰ ਮੈਂ ਫਿਰ ਵੀ ਕਹੂੰਗੀ ਸਾਡੀ ਸਰਕਾਰ ਨੇ ਕੀਤਾ ਬਹੁਤ ਕੁਛ ਆ, ਹਾਲੇ ਬਹੁਤ ਕੁਛ ਕਰਨ ਵਾਲਾ ਆ, ਕਿਉਂਕਿ ਹਰੇਕ ਇਨਸਾਨ ਨੂੰ ਲਿਵਿੰਗ ਵੇਜ ਚਾਹੀਦੀ ਹੁੰਦੀ ਆ। ਕਰਕੇ ਲਿਵਿੰਗ ਵੇਜ ਹੁੰਦੀ ਆ ਵੀ ਜਿੱਥੇ ਮੈਂ ਆਪਣੇ ਸਿਰ ਤੇ ਛੱਤ ਵੀ ਰੱਖ ਸਕਾਂ, ਖਾਣਾ ਵੀ ਖਾ ਸਕਾਂ, ਕੱਪੜੇ ਵੀ ਪਹਿਨ ਸਕਾਂ ਤੇ ਆਪਣੇ ਜਿਹੜੇ ਬੱਚਿਆਂ ਦੇ ਨਾਲ 1-2 ਹੌਲੀਡੇ ਵੀ ਕਰ ਲਵਾਂ, ਰਾਈਟ। ਸੋ ਉਹ ਜਿਹੜੀ ਲਿਵਿੰਗ ਵੇਜ ਹੁੰਦੀ ਆ ਉਹਦੀ ਜ਼ਰੂਰਤ ਹੈਗੀ ਆ। ਪਰ ਮੈਂ ਬਹੁਤ ਸਾਰੇ ਬਿਜ਼ਨੈਸਿਸ ਹੈਗੇ ਆ ਜਿਨ੍ਹਾਂ ਨੂੰ ਮੈਂ ਜਾਣਦੀ ਵੀ ਹੈਗੀ ਆ ਜਿਹੜੇ ਆਪਣੇ ਆਪ ਹੀ ਲੋਕਾਂ ਨੂੰ $17-18 ਮਿਨੀਮਮ ਵੇਜ ਦੇ ਰਹੇ ਆ। ਕਰਕੇ ਉਹਨਾਂ ਨੂੰ ਵੀ ਪਤਾ ਆ ਜੀ ਵੀ ਰਹਿਣਾ ਔਖਾ ਵੀ ਕਿੱਦਾਂ ਰਹੀਏ ਅਸੀਂ ਜੀ। ਪਰ ਤੁਹਾਨੂੰ ਪਤਾ ਜਦੋਂ ਅਸੀਂ ਹੈ ਨਾ 5 ਸੈਂਟ ਵੀ ਮਿਨੀਮਮ ਵੇਜ ਵੱਧਦੀ ਆ ਜੀ, ਅੱਗੇ ਸਭ ਤੋਂ ਰੌਲਾ ਬਿਜ਼ਨਸ ਕਮਿਊਨਿਟੀ ਵਿੱਚੋਂ ਆਉਂਦਾ ਹੁੰਦਾ ਸੀਗਾ। ਇਸ ਵਕਤ ਬਿਜ਼ਨਸ ਕਮਿਊਨਿਟੀ ਉਹਨੂੰ ਅੰਬਰੇਸ ਕੀਤਾ ਜੀ, ਕਹਿੰਦੇ ਵਧੀਆ ਕੰਮ ਹੋਇਆ, ਵਧੀਆ ਕੀਤਾ ਵੀ ਲੋੜ ਹੈ ਸਾਰਿਆਂ ਨੂੰ। ਠੀਕ ਹੈ, ਜਾਂਦੇ ਜਾਂਦੇ ਮੈਂ ਆਖਰੀ ਸਵਾਲ ਮੇਰੇ ਮਨ 'ਚ ਆ ਗਿਆ। ਮੈਂ ਜਦੋਂ ਇਹ ਤੁਹਾਡੇ ਦੇਸ਼ ਦੇ ਵਿੱਚ ਨਵਾਂ ਆਇਆ ਸੀ ਨਾ, ਆਉਂਦੇ ਹੀ ਇਲੈਕਸ਼ਨ ਆ ਗਈ ਇੱਥੇ ਦੀ ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ਼ੀਅਲ ਇਲੈਕਸ਼ਨ। ਮੈਂ ਹੈਰਾਨ ਸੀ ਕਿ ਸਰੀ ਹਸਪੀਟਲ ਦਾ ਵੀ ਇਹ ਵੀ ਕੋਈ ਚਰਚਾ ਹੋ ਸਕਦੀ ਹੈ, ਕਿਉਂਕਿ ਮੈਂ ਤਾਂ ਪੰਜਾਬ 'ਚ ਬੈਠਾ ਸੋਚਦਾ ਹੁੰਦਾ ਸੀ ਕਿ ਸਾਰਾ ਹੈਲਥ ਸਿਸਟਮ ਕਮਾਲ ਦਾ ਜੀ, ਸਭ ਕੁਝ ਵਧੀਆ। ਹੁਣ ਚਲੋ ਇਲੈਕਸ਼ਨ ਨੇੜੇ ਨਹੀਂ ਹੈਗੀ ਪਰ ਉਹ ਸਰੀ ਹਸਪੀਟਲ ਵਾਲਾ ਕੰਮ ਅੱਗੇ ਨੂੰ ਤੁਰ ਰਿਹਾ ਜੀ, ਕਿਤੇ ਸਟਾਪ ਤਾਂ ਨਹੀਂ ਲੱਗਾ ਹੋਇਆ? ਦੇਖੋ ਕੋਈ ਸਟਾਪ ਹੈ ਨਹੀਂ। ਠੀਕ ਹੈ ਜੀ। ਜਿਹੜੀ ਆਪੋਜੀਸ਼ਨ ਹੁੰਦੀ ਆ ਉਹ ਲੋਕਾਂ ਨੂੰ ਸਦਾ ਹੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਆ, ਉਹ ਕਰ ਵੀ ਰਹੇ ਆ। ਠੀਕ ਹੈ ਜੀ। ਪਹਿਲਾਂ ਦੇਖੋ 16 ਸਾਲ ਲਈ ਲਿਬਰਲ ਦੀ ਸਰਕਾਰ ਰਹੀ, 3 ਵਾਰੀ ਆ ਕੇ ਉਹਨਾਂ ਨੇ ਸਰੀ ਪੈਨੋਰਾਮਾ ਇੱਥੋਂ ਲੱਗੇ ਜਗ੍ਹਾ ਹੈਗੀ 152 ਤਾਂ ਹਾਈਵੇ 10 ਤੇ ਆ ਕੇ ਐਲਾਨ ਕਰਕੇ ਗਏ ਆ ਪ੍ਰੀਮੀਅਰ ਉਹਨਾਂ ਦਿਨਾਂ ਦੇ ਵਿੱਚ। ਠੀਕ ਹੈ ਜੀ। ਅਸੀਂ ਇੱਥੇ ਹਸਪਤਾਲ ਬਣਾਉਣ ਲੱਗੇ। ਉਹ ਜ਼ਮੀਨ NDP ਨੇ ਲਈ ਸੀਗੀ 90s ਦੇ ਵਿੱਚ। ਠੀਕ ਹੈ ਜੀ। ਫਿਰ ਜਾਣ ਤੋਂ ਪਹਿਲਾਂ ਉਹ ਜ਼ਮੀਨ ਸਸਤੇ ਮੁੱਲ ਤੇ ਵੇਚ ਕੇ ਚਲ ਗਏ। ਠੀਕ ਹੈ ਜੀ। ਸਸਤੇ ਮੁੱਲ ਤੇ ਔਨ ਰਿਕਾਰਡ ਹੈ ਜੀ, everything's on record। ਠੀਕ ਹੈ ਜੀ। I don't say anything unless I have that। ਮੈਂ ਬਹੁਤ ਸਾਰੀਆਂ ਵੀਡੀਓ ਵੀ ਬਣਾਈਆਂ ਸੀਗੀਆਂ ਅੱਗੇ। ਠੀਕ ਹੈ ਜੀ। ਉਹ ਵੇਚ ਕੇ ਚਲ ਗਏ। ਫਿਰ ਜਦੋਂ ਕਹਿੰਦੇ ਅਸੀਂ ਸੋਚਿਆ ਵੀ ਹਸਪੀਟਲ ਦੀ ਪਲਾਨਿੰਗ ਤਾਂ ਸ਼ੁਰੂ ਹੋਈ ਹੋਊਗੀ, ਜਦੋਂ ਅੰਦਰ ਜਾ ਕੇ ਹੈਲਥ ਮਿਨਿਸਟਰ ਨੇ ਗੱਲ ਕੀਤੀ ਉਹ ਕਹਿੰਦੇ ਸਰੀ ਦਾ ਤਾਂ ਨਾਂ ਤਾਂ ਨਿਸ਼ਾਨ ਹੀ ਹੈ ਨਹੀਂ ਕਿਸੇ ਵੀ ਬੁੱਕ ਅੰਦਰ ਵਿੱਚ ਵੀ ਹਸਪਤਾਲ ਇੱਥੇ ਬਣਨਾ ਆ ਜਾਂ ਗਾਂ ਬਣਾਉਣਗੇ। ਗੱਲਾਂ ਹੀ ਸੀ। ਫਿਰ ਸਟ੍ਰੇਟ ਅਵੇ ਵੀ ਸਟਾਰਟਡ ਕੰਸਲਟਿੰਗ ਵਿਦ ਫਰੇਜ਼ਰ ਹੈਲਥ। ਕਨਸੈਪਟ ਪਲਾਨ ਬਣਾਉਣ ਨੂੰ ਯੂਜੂਲੀ 2-3 ਸਾਲ ਲੱਗ ਜਾਂਦੇ ਆ, ਉਹਨੂੰ ਐਕਸਪੀਡਾਈਟ ਕੀਤਾ ਗਿਆ। ਜਦੋਂ ਉਹ ਬਣ ਗਿਆ then it went to the business plan। ਠੀਕ ਹੈ ਜੀ। we have the land, ਜਾ ਕੇ ਸਾਰੇ ਦੇਖ ਸਕਦੇ, ਉੱਥੇ ਜਾ ਕੇ ਖੜੇ ਵੀ ਹੋ ਸਕਦੇ ਆ। it's at the Kwantlen site right next to them, right। ਉਹਦੀ ਸਾਰੀ ਪ੍ਰੈਪ ਹੋ ਹਟੀ ਆ। ਠੀਕ ਹੈ ਜੀ। ਤੇ ਇਹ ਕਹਿੰਦੇ ਆ ਵੀ ਹੁਣ ਇਹ ਅਰਜੈਂਟ ਕੇਅਰ ਸੈਂਟਰ ਬਣਨਾ ਆ। ਅਰਜੈਂਟ ਕੇਅਰ ਸੈਂਟਰ ਤੇ $10 ਮਿਲੀਅਨ ਲੱਗਦਾ ਆ। ਇਸ ਹਸਪਤਾਲ ਤੇ $1.6 ਬਿਲੀਅਨ ਬਜਟ ਵਿੱਚ ਪਿਆ ਆ ਜੀ। ਪੈਸੇ ਹੈਗੇ ਨੇ। 3 to 5 ਮਿਲੀਅਨ ਆਲਰੇਡੀ ਖਰਚ ਹੋ ਹਟਿਆ ਆ।
ਐਂਡ ਇਟਸ ਨਾਓ ਆਊਟ ਟੂ ਟੈਂਡਰ। ਤੁਸੀਂ ਮੈਨੂੰ ਦੱਸੋ ਜੀ ਇਹ ਤਾਂ ਹੈ ਨਹੀਂਗਾ ਵੀ ਤੁਸੀਂ ਸ਼ਾਪ 'ਚੋਂ ਜਾ ਕੇ ਬਣਿਆ ਬਣਾਇਆ ਕੇਕ ਲਿਆ ਕੇ ਤੇ ਇੱਥੇ ਰੱਖ ਦੇਣਾ ਆ। ਜਦੋਂ ਘਰ ਬਣਾਈਦਾ ਆ ਕਿੰਨਾ ਚਿਰ ਲੱਗਦਾ ਜੀ। ਜੇ ਮੇਰਾ ਨਹੀਂ ਸੱਚ ਆਉਂਦਾ ਸਿਟੀ ਨੂੰ ਜਾ ਕੇ ਪੁੱਛ ਲਵੋ, ਉਹਨਾਂ ਨੇ ਪਰਮਿਟ ਅਪਰੂਵ ਕਰ ਦਿੱਤਾ ਆ। ਠੀਕ ਹੈ ਜੀ। ਸੋ ਦੈਟ ਪ੍ਰੋਸੈਸ ਇਜ਼ ਕੰਪਲੀਟਡ ਐਜ਼ ਵੈਲ। ਨਹੀਂ ਠੀਕ ਹੈ ਜੀ। ਤੇ ਜਦੋਂ ਕੇਵਿਨ ਫਾਲਕਨ ਕਹਿ ਰਿਹਾ ਆ ਵੀ ਹਸਪਤਾਲ ਤਾਂ ਬਣਨਾ ਹੀ ਨਹੀਂ ਹੈ, ਐਵੇਂ ਕਹੀ ਜਾਂਦੇ ਆ, ਇਹ ਤਾਂ ਅਰਜੈਂਟ ਕੇਅਰ ਸੈਂਟਰ ਹੋਣਾ ਆ। It's going to have hospital beds. ਜੀ। It's going to have all the different facilities that hospitals have. But ਸਭ ਤੋਂ ਵੱਡੀ ਗੱਲ, it's going to have a state of the art cancer center that is going to be second to none in Canada. ਠੀਕ ਹੈ। Right? And $1.6 billion. It's in the budget. It was spoken in the budget, like in the throne speech. ਜੀ। And it's clearly stated in the budget. We have $27.4 billion for infrastructure. Surrey Hospital is right there. The SkyTrain is there. Patallo Bridge is there. The work on Patallo Bridge has started. You've seen it. ਜੀ। But the opposition is still going around saying nothing has been done. ਸੋ ਬਾਜੀ ਵੇਲੇ ਮੈਨੂੰ ਲੱਗਦਾ ਆ ਨਾ ਵੀ ਆਪੋਜੀਸ਼ਨ ਵਿੱਚ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਆਪਣਾ ਹੋਮਵਰਕ ਕਰ ਲੈਣਾ ਚਾਹੀਦਾ ਆ। ਹੋਮਵਰਕ ਕਰਕੇ ਗੱਲ ਕਰੋ, ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ। ਜਦੋਂ ਲੋਕਾਂ ਨੂੰ ਚੀਜ਼ਾਂ ਦਿਸਦੀਆਂ ਆ, ਤੁਸੀਂ ਲੋਕਾਂ ਨੂੰ ਆ ਇਨਫੋਰਮੇਸ਼ਨ ਦੇ ਰਹੇ ਆ, ਲੋਕਾਂ ਨੇ ਕਹਿਣਾ ਅਸੀਂ ਤਾਂ ਦੇਖਿਆ ਆ। ਫਿਰ ਯਕੀਨ ਘੱਟ ਜੇ ਸਾਡਾ ਨਹੀਂ ਸੱਚ ਮੰਨਦੇ ਸਿਟੀ ਨੂੰ ਜਾ ਕੇ ਪੁੱਛ ਲਓ, ਉਹਨਾਂ ਨੇ ਪਰਮਿਟਿੰਗ ਕਰ ਦਿੱਤੀ ਹੈ। ਠੀਕ ਹੈ ਜੀ, ਠੀਕ ਹੈ ਜੀ। ਸੋ ਜਿਨੀ ਸਿਮਜ਼ ਜੀ ਸਾਰੀਆਂ ਗੱਲਾਂ ਜਿਹੜੀਆਂ ਪੀਐਨਪੀ ਦੇ ਸੰਬੰਧ ਦੇ ਵਿੱਚ ਵੀ, ਸਰੀ ਹਸਪੀਟਲ ਦੇ ਸੰਬੰਧ ਦੇ ਵਿੱਚ ਵੀ, ਘਰਾਂ ਦੀਆਂ ਕੀਮਤਾਂ ਦੇ ਸੰਬੰਧ ਵਿੱਚ ਹੋ ਗਈਆਂ। ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਜੁੜਾਂਗੇ ਜੀ। ਅੱਜ ਲਈ ਤੁਹਾਡਾ ਸ਼ੁਕਰੀਆ। ਥੈਂਕ ਯੂ ਜੀ। ਥੈਂਕ ਯੂ। ਸ਼ੁਕਰੀਆ ਜੀ। ਸੋ ਜਿਨੀ ਸਿਮਜ਼ ਜੀ ਐਮਐਲਏ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਕਿਉਂਕਿ ਸਾਰੇ ਮੁੱਦੇ ਜਿਹੜੇ ਬਹੁਤ ਅਹਿਮ ਸੀ। ਸੋ ਖਾਸ ਤੌਰ ਦੇ ਉੱਤੇ ਹੈਲਥ ਦੇ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਜਿਹੜੇ ਲੱਗੇ ਹੋਏ ਨੇ, ਉਹਨਾਂ ਦੇ ਲਈ ਬਹੁਤ ਇੰਪੋਰਟੈਂਟ ਹੈ ਥੋੜ੍ਹੀ ਜਿਹੀ ਸਰਚ ਕਰਕੇ ਸੌਖਾ ਹੋ ਸਕਦਾ ਕੰਮ। ਕਿਤੇ ਫਸੇ ਨਾ ਰਹੋ ਕਿਸੇ ਪਾਸੇ, ਉਧਰਲੇ ਪਾਸੇ ਧਿਆਨ ਜ਼ਰੂਰ ਦੇ ਲਿਓ। ਸੋ ਦੁਬਾਰਾ ਸਰੀ ਦੇ ਬ੍ਰਿਟਿਸ਼ ਕੋਲੰਬੀਆ ਦੇ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਦੁਬਾਰਾ ਇੱਥੇ ਜੁੜਾਂਗੇ। ਇੱਥੇ ਦਿਓ ਪਰਮਜੀਤ ਸਿੰਘ ਬਾਟ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।